Hello guys, welcome back to my channel Quick Guys. Being an IELTS trainer, I want to help you guys in cracking IELTS in the shorter span of time. So, in this video which I am sharing with you guys today, I will be discussing about your task 1. ਜੀ ਹਾਂ ਦੋਸਤੋ, ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਣੇ ਰਾਈਟਿੰਗ ਟਾਸਕ ਦੀ। ਆਇਲਸ ਦਾ ਜਿਹੜਾ ਰਾਈਟਿੰਗ ਟਾਸਕ ਹੈ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਸੋ ਸਟੇ ਟਿਊਨ ਟਿਲ ਦ ਐਂਡ ਆਫ ਦਿਸ ਵੀਡੀਓ ਟੂ ਗ੍ਰੈਬ ਦ ਮੋਰ ਸਟਫ। ਯੈਸ, ਅੱਜ ਆਪਾਂ ਗੱਲ ਕਰਾਂਗੇ ਟਾਸਕ 1 ਐਕੈਡੈਮਿਕਸ ਦੀ। ਹਾਂਜੀ, ਅੱਜ ਦੇ ਇਸ ਵੀਡੀਓ ਦੇ ਵਿੱਚ ਟਾਸਕ 1 ਹੈ ਜਿਹੜਾ ਐਕੈਡੈਮਿਕਸ ਦਾ, ਉਹਦੇ ਬਾਰੇ ਡਿਟੇਲ 'ਚ ਗੱਲ ਕਰਾਂਗੇ। ਤੇ ਉਹਦੇ ਵਿੱਚੋਂ ਇੱਕ ਚਾਰਟ ਲਿਆ ਮੈਂ। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਟਾਸਕ 1 ਦੇ ਵਿੱਚ ਆਪਣੇ ਕੋਲੇ ਵੇਰੀਅਸ ਕਾਈਂਡਸ ਦੇ ਚਾਰਟਸ ਹੁੰਦੇ ਨੇ, ਜਿੱਦਾਂ ਪਾਈ ਚਾਰਟ, ਟੇਬਲ, ਆਪਣੇ ਕੋਲੇ ਹੌਰੀਜ਼ੌਂਟਲ ਜਾਂ ਵਰਟੀਕਲ ਬਾਰ ਗ੍ਰਾਫ ਆ ਜਾਂਦਾ, ਜਾਂ ਲਾਈਨ ਚਾਰਟ ਹੁੰਦਾ, ਕਈ ਵਾਰ ਫਲੋ ਚਾਰਟ, ਡਾਇਗਰਾਮ, ਵੇਰੀਅਸ ਕਾਈਂਡਸ ਨੇ ਰਾਜੇ, ਇਹ ਕੰਬੀਨੇਸ਼ਨ 'ਚ ਵੀ ਆ ਜਾਂਦੇ ਨੇ। ਅੱਜ ਮੈਂ ਇੱਕ ਇਹਨਾਂ ਵਿੱਚੋਂ ਚਾਰਟ ਲਿਆ, ਉਹਦਾ ਸੈਂਪਲ ਆਨਸਰ ਵੀ ਦਊਂਗੀ, ਡਿਟੇਲਡ ਡਿਸਕਸ਼ਨ ਦਿੱਤੀ ਜਾਊਗੀ ਤਾਂ ਕਿ ਤੁਸੀਂ ਟਾਸਕ 1 ਦੇ ਵਿੱਚੋਂ ਫੁੱਲ ਆਊਟ ਆਫ ਫੁੱਲ ਸਕੋਰ ਕਰ ਸਕੋ। ਤੇ ਕੁਛ ਕੁ ਟਿਪਸ ਹੋਣਗੀਆਂ ਜਿਨ੍ਹਾਂ ਦੀ ਹੈਲਪ ਨਾਲ ਤੁਸੀਂ ਆਪਣੀ ਰਾਈਟਿੰਗ ਨੂੰ ਕਾਫੀ ਹੱਦ ਤੱਕ ਇੰਪਰੂਵ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਟਾਸਕ 1 ਦੇ ਸਟਰਕਚਰ ਦੀ। ਸਭ ਤੋਂ ਪਹਿਲਾਂ ਲਿਖਣੀ ਹੈ ਰਾਜੇ ਇੰਟਰੋਡਕਸ਼ਨ, ਫਿਰ ਲਿਖਾਂਗੇ ਆਪਾਂ ਬੋਡੀ ਪੈਰਾਗ੍ਰਾਫ 1, ਫਿਰ ਲਿਖਾਂਗੇ ਬੋਡੀ ਪੈਰਾਗ੍ਰਾਫ 2, ਦੈਨ ਆਪਾਂ ਲਿਖਾਂਗੇ ਉਹਦਾ ਓਵਰਆਲ। ਜੇ ਮੈਂ ਗੱਲ ਕਰਾਂ ਇੰਟਰੋਡਕਸ਼ਨ ਦੀ, ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕੀ ਲਿਖਣਾ, ਜੋ ਕੁਐਸਚਨ ਦਿੱਤਾ ਉਹਨੂੰ ਰੀਫਰੇਸ ਕਰੋ ਤੇ ਲਿਖ ਦਿਓ, ਸਿੰਪਲ। ਬੋਡੀ ਪੈਰਾਗ੍ਰਾਫ 1 ਤੇ ਬੋਡੀ ਪੈਰਾਗ੍ਰਾਫ 2 ਦੇ ਵਿੱਚ ਤੁਸੀਂ ਆਪਣੀਆਂ ਵੇਰੀਏਸ਼ਨਸ ਸ਼ੋ ਕਰਨੀਆਂ ਨੇ ਤੇ ਉਸ ਗ੍ਰਾਫ ਦੀਆਂ ਦਿੱਤੀਆਂ ਹੋਈਆਂ ਫੀਚਰਸ ਨੂੰ ਹਾਈਲਾਈਟ ਕਰਨਾ ਹੈ। ਮੇਰੀ ਜਿਹੜੀ ਐਡਵਾਈਸ ਹੈ, ਜੋ ਫਾਰਮੈਟ ਮੈਂ ਫੋਲੋ ਕੀਤਾ ਹੈ, ਉਹਦੇ ਵਿੱਚ ਮੈਂ ਕੀ ਕਰਦੀ ਸੀ, ਜਿਹੜਾ ਬੋਡੀ ਪੈਰਾਗ੍ਰਾਫ 1 ਹੈ ਰਾਜੇ, ਉਹਦੇ ਵਿੱਚ ਮੈਂ ਕਰਦੀ ਸੀ ਆਪਣੀ ਹਾਈਲਾਈਟ ਕਰਦੀ ਸੀ ਫੀਚਰਸ ਨੂੰ, ਜਿਵੇਂ ਹਾਈਐਸਟ ਜਾਂ ਲੋਐਸਟ, ਜਿਹੜੀਆਂ ਫੀਚਰਸ ਸੇਮ ਹੁੰਦੀਆਂ ਨੇ ਉਹਨਾਂ ਦੀ ਗੱਲ ਕਰਦੀ ਸੀ, ਜਾਂ ਫਿਰ ਮੈਂ ਗੱਲ ਕਰਦੀ ਸੀ ਰਾਜੇ ਜਿਹੜੇ ਆਪਣੇ ਕੋਲੇ ਕੀ ਹੁੰਦਾ ਹੈਗਾ, ਬਿਲਕੁਲ ਹੀ ਚੇਂਜ ਨਹੀਂ ਹੋ ਰਹੀਆਂ ਹੈਗੀਆਂ, ਨੈਗਲੀਜੀਬਲ ਚੇਂਜ ਹੈ, ਉਹਨਾਂ ਚੀਜ਼ਾਂ ਦੀ। ਮਤਲਬ ਮੈਂ BP1 ਦੇ ਵਿੱਚ ਸਿਰਫ ਫੀਚਰਸ ਨੂੰ ਹਾਈਲਾਈਟ ਕਰਦੀ ਸੀ, ਜਿਹੜੀਆਂ ਦਿੱਤੀਆਂ ਫੀਚਰਸ ਨੇ ਜਸਟ ਉਹਨਾਂ ਨੂੰ ਹਾਈਲਾਈਟ ਕਰ ਦਿੰਦੀ ਸੀ। ਬੋਡੀ ਪੈਰਾਗ੍ਰਾਫ 2 ਦੇ ਵਿੱਚ ਮੈਂ ਕੀ ਕਰਦੀ ਹਾਂ, ਹਰੇਕ ਕੋਈ ਕਿਸੇ ਵੀ ਤਰੀਕੇ ਦਾ ਚਾਰਟ ਸੀ ਰਾਜੇ, ਮੇਰਾ ਇਹੀ ਪੈਟਰਨ ਸੀ। ਬੋਡੀ ਪੈਰਾਗ੍ਰਾਫ 2 ਦੇ ਵਿੱਚ ਮੈਂ ਉਹਦੀਆਂ ਜਸਟ ਜਿਹੜੇ ਕੰਪੈਰੀਜ਼ਨਸ ਨੇ, ਮੋਰ ਦੈਨ, ਹਾਫ ਦੈਨ, ਇਨਕਰੀਜ਼, ਡਿਕਰੀਜ਼, ਇਹ ਵਾਲੇ ਜਿੰਨੇ ਵੀ ਆਪਣੀਆਂ ਵੇਰੀਏਸ਼ਨਸ ਹੁੰਦੀਆਂ ਨੇ, ਇਹਨਾਂ ਨੂੰ ਮੈਂ ਬੋਡੀ ਪੈਰਾਗ੍ਰਾਫ 2 ਦੇ ਵਿੱਚ ਰੱਖਦੀ ਸੀ। ਤੇ ਓਵਰਆਲ ਦੇ ਵਿੱਚ ਮੈਂ ਪੂਰੇ ਚਾਰਟ ਦੇ ਵਿੱਚੋਂ ਕਿਸੇ ਕੌਨਸਟੈਂਟ ਫੀਚਰ ਨੂੰ ਜਾਂ ਮੋਸਟਲੀ ਵੇਰੀਏਬਲ ਫੀਚਰ ਦੀ ਗੱਲ ਕਰਦੀ ਸੀ ਜਿਹੜੀ ਵੇਰੀ ਕਰ ਰਹੀ ਸੀ। ਐਂਡ ਇਹੀ ਸਟਰਕਚਰ ਫੋਲੋ ਕਰਕੇ I got 7 in writing in just 1 month, and ਇਹੀ ਮੈਂ ਤੁਹਾਡੀ ਹੈਲਪ ਕਰੂੰਗੀ ਕਿ ਤੁਸੀਂ ਵੀ ਇਦਾਂ ਲੈ ਸਕਦੇ ਹੋ। ਸੋ ਦੇਖੋ, ਅੱਜ ਆਪਾਂ ਗੱਲ ਕਰਾਂਗੇ ਬਾਰ ਗ੍ਰਾਫ ਦੀ। ਆਪਣੇ ਕੋਲੇ ਆ ਇੱਕ ਗਿਵਨ ਕੁਐਸਚਨ ਹੈ ਕਿ ਬਾਰ ਗ੍ਰਾਫ ਹੈ ਜਿਹੜਾ ਉਹ ਸ਼ੋ ਕਰ ਰਿਹਾ ਆਪਣੇ ਕੋਲੇ ਇਨਫੋਰਮੇਸ਼ਨ ਆਪਣੇ ਕੋਲੇ ਰਿਗਾਰਡਿੰਗ ਦ ਐਡਮਿਸ਼ਨਸ ਟੂ ਦ ਸੈਂਟਰਲ ਯੂਨੀਵਰਸਿਟੀ ਫਰਮ 1980 to 2000 in India. Summarize the information, highlighting features and make relevant comparisons. ਇਹ ਆਪਣੇ ਕੋਲੇ ਇੱਕ ਬਾਰ ਗ੍ਰਾਫ ਦਿੱਤਾ ਹੋਇਆ ਰਾਜੇ, ਇਹ ਆਪਣੇ ਕੋਲੇ ਕੀ ਨੇਗੇ, ਵਰਟੀਕਲ ਬਾਰਸ ਨੇ ਜਿਹੜੇ ਸ਼ੋ ਕਰ ਰਹੇ ਨੇ ਕਿ ਐਡਮਿਸ਼ਨਸ ਹੋਈਆਂ ਨੇ ਜਿਹੜੀਆਂ ਸੈਂਟਰਲ ਯੂਨੀਵਰਸਿਟੀ ਦੇ ਵਿੱਚ 1980 to 2000 ਦੇ ਵਿੱਚ। ਇੰਡੀਆ ਦੀ ਕੋਈ ਯੂਨੀਵਰਸਿਟੀ ਹੈ ਜਿਹਦਾ ਨਾਮ ਹੈ ਸੈਂਟਰਲ ਯੂਨੀਵਰਸਿਟੀ, ਉਹਦੇ ਵਿੱਚ ਜਿਹੜੀਆਂ ਐਡਮਿਸ਼ਨਸ ਹੋਈਆਂ ਨੇਗੀਆਂ ਉਹ ਇੱਕ ਐਗਜ਼ਾਮਪਲ ਦੇ ਤੌਰ ਤੇ ਲਿਆ ਹੋਇਆ ਮੈਂ, ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਜਿੱਥੇ ਜਿੱਥੇ ਤੁਸੀਂ ਫੀਚਰਸ ਹਾਈਲਾਈਟ ਕਰ ਸਕਦੇ ਹੋਗੇ ਉਹ ਹਾਈਲਾਈਟ ਕਰਨੀਆਂ ਨੇ ਤੇ ਰੈਲੇਵੈਂਟ ਕੰਪੈਰੀਜ਼ਨਸ ਕਰਨੇ ਆ। ਜੇਕਰ ਅੱਜ ਮੈਂ ਗੱਲ ਕਰਾਂ ਸਟਰਕਚਰ ਦੀ, ਤਾਂ ਮੈਂ ਬੋਡੀ ਪੈਰਾਗ੍ਰਾਫ 1 ਹੈ ਜਿਹੜਾ ਉਹਦੇ ਵਿੱਚ ਹਮੇਸ਼ਾ ਕੀ ਕਰਦੀ ਹਾਂ, ਫੀਚਰਸ ਹਾਈਲਾਈਟ ਕਰਦੀ ਹਾਂ। ਬੋਡੀ ਪੈਰਾਗ੍ਰਾਫ 2 ਹੈ ਜਿਹੜਾ ਉਹਦੇ ਵਿੱਚ ਆਪਾਂ ਕੀ ਕਰਨਾ ਹੈਗਾ, ਆਪਣੇ ਕੰਪੈਰੀਜ਼ਨਸ ਕਰਨੇ ਨੇ। ਨਾਓ ਮੂਵਿੰਗ ਫਾਰਵਰਡ ਟੂਵਰਡਸ ਇੰਟਰੋਡਕਸ਼ਨ। ਇੰਟਰੋਡਕਸ਼ਨ ਦੀ ਜੇ ਆਪਾਂ ਗੱਲ ਕਰੀਏ, ਦੇਖੋ ਉੱਥੇ ਦਿੱਤਾ ਹੋਇਆ ਸੀਗਾ ਕਿ ਬਾਰਗ੍ਰਾਫ ਇਨਫੋਰਮੇਸ਼ਨ ਸ਼ੋ ਕਰ ਰਿਹਾ ਰਿਗਾਰਡਿੰਗ ਦ ਐਡਮਿਸ਼ਨਸ ਇਨ ਦ ਸੈਂਟਰਲ ਯੂਨੀਵਰਸਿਟੀ। ਉਸ ਚੀਜ਼ ਨੂੰ ਮੈਂ ਕਿੱਦਾਂ ਰੀਫਰੇਸ ਕੀਤਾ ਰਾਜੇ, the paragraph illustrates data regarding Central University admittance significantly in various streams like arts, business, medicine and law from 1980 to 2000 in India। ਕਿ ਬਾਰਗ੍ਰਾਫ ਆਪਣੇ ਕੋਲੇ ਇਹ ਇਨਫੋਰਮੇਸ਼ਨ ਦੇ ਰਿਹਾ, ਕਿਹਦੇ ਰਿਗਾਰਡਿੰਗ ਦੇ ਰਿਹਾ, ਡਾਟਾ ਜਿਹੜਾ ਕਲੈਕਟ ਕੀਤਾ ਗਿਆ ਸੈਂਟਰਲ ਯੂਨੀਵਰਸਿਟੀ ਐਡਮਿਟੈਂਸ, ਵੀ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਐਡਮਿਸ਼ਨਸ ਹੋ ਰਹੀਆਂ ਨੇ ਉਹਨਾਂ ਦਾ ਜਿਹੜਾ ਡਾਟਾ ਕਲੈਕਟ ਕੀਤਾ ਗਿਆ ਉਹਦੇ ਬਾਰੇ ਬਾਰਗ੍ਰਾਫ ਆਪਾਂ ਨੂੰ ਇਨਫੋਰਮੇਸ਼ਨ ਦੇ ਰਿਹਾ। ਸਿਗਨੀਫਿਕੈਂਟਲੀ ਮੈਂ ਇੱਕ ਐਡਵਰਬ ਯੂਜ਼ ਕੀਤਾ ਹੈਗਾ,
ਉੱਥੇ ਵੇਰੀਅਸ ਸਟਰੀਮਸ ਦੀ ਗੱਲ ਹੋਈ ਸੀ, ਜਿੱਦਾਂ ਆਰਟਸ, ਬਿਜ਼ਨਸ, ਮੈਡੀਸਨ ਐਂਡ ਲਾਅ। ਆਪਾਂ ਉਹਦੀ ਗੱਲ ਕਰ ਰਹੇ ਹਾਂ ਇੱਥੇ। ਫਰੋਮ 1980 ਟੂ 2000, 1980 ਤੋਂ 2000 ਦੇ ਵਿੱਚ ਜਿਹੜੀਆਂ ਐਡਮਿਸ਼ਨਸ ਹੋਈਆਂ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ। 3 ਈਅਰਸ ਨੇ ਰਾਜੇ ਉਸ ਗ੍ਰਾਫ ਦੇ ਵਿੱਚ, ਧਿਆਨ ਨਾਲ ਦੇਖੋ। 3 ਈਅਰਸ ਨੇ, 1980, 1990 ਤੇ 2000। 4 ਸਟਰੀਮਸ ਨੇ ਤੁਹਾਡੇ ਕੋਲੇ, ਆਰਟਸ, ਬਿਜ਼ਨਸ, ਮੈਡੀਸਨ ਐਂਡ ਲਾਅ। ਇਹਨਾਂ ਦੀ ਗੱਲ ਹੋਈ ਹੈ। ਦੇਖੋ ਜਿਹੜਾ ਵਰਟੀਕਲ ਸਕੇਲ ਹੈ ਉਹਦੇ ਵਿੱਚ ਇਨਫੋਰਮੇਸ਼ਨ ਆਪਣੇ ਕੋਲ ਥਾਊਜ਼ੈਂਡਸ ਦੇ ਵਿੱਚ ਦਿੱਤੀ ਗਈ ਹੈ, ਤੇ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਆਪਾਂ ਕੈਲੀਬ੍ਰੇਟ ਕੀਤਾ ਹੋਇਆ 1000 ਸਕੇਲ ਦੇ ਵਿੱਚ, ਮਤਲਬ ਥਾਊਜ਼ੈਂਡਸ, ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀਆਂ ਬੱਚਿਆਂ ਨੇ ਐਡਮਿਸ਼ਨਸ ਲਈਆਂ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ ਵਰਟੀਕਲ ਸਕੇਲ ਦੇ ਉੱਤੇ। ਇਹ ਸਾਰੇ ਪਾਰਟ ਆ ਗਿਆ ਆਪਣਾ ਇੰਟਰੋਡਕਸ਼ਨ ਦਾ। ਸੋ ਇਹ ਇੱਕ ਇਫੈਕਟਿਵ ਵੇ ਹੈ ਇੰਟਰੋਡਕਸ਼ਨ ਲਿਖਣ ਦਾ ਰਾਜੇ। ਆਪਣੇ ਕੋਲੇ ਵਰਟੀਕਲ, ਤੁਸੀਂ ਬਾਰ ਗ੍ਰਾਫ ਦੀ ਬਜਾਏ ਉਰੇ ਵਰਟੀਕਲ ਬਾਰ ਗ੍ਰਾਫ ਵੀ ਲਿਖ ਸਕਦੇ ਹੋ, ਜਾਂ ਵਰਟੀਕਲ ਬਾਰਸ ਵੀ ਲਿਖ ਸਕਦੇ ਹੋ ਤੁਸੀਂ। ਵਰਟੀਕਲ ਬਾਰਸ ਜਿਹੜੀਆਂ ਆਪਣੇ ਕੋਲ ਇਨਫੋਰਮੇਸ਼ਨ ਦੇ ਰਹੀਆਂ ਨੇ, ਇਲਸਟ੍ਰੇਟਸ ਦੀ ਬਜਾਏ ਤੁਸੀਂ ਡਿਪਿਕਟਸ ਵੀ ਲਿਖ ਸਕਦੇ ਹੋਗੇ। ਡਾਟਾ ਦੀ ਬਜਾਏ ਤੁਸੀਂ ਇਨਫੋਰਮੇਸ਼ਨ ਲਿਖ ਲਓ, ਰਿਕਾਰਡਸ ਲਿਖ ਲਓ, ਕੁਝ ਵੀ ਲਿਖ ਸਕਦੇ ਹੋਗੇ। ਜਿਹਦੇ ਬਾਰੇ ਗੱਲ ਕੀਤੀ ਗਈ ਹੈ ਰਿਗਾਰਡਿੰਗ ਸੈਂਟਰਲ ਯੂਨੀਵਰਸਿਟੀ ਐਡਮਿਸ਼ਨ ਦੀ ਬਜਾਏ ਮੈਂ ਐਡਮਿਟੈਂਸ ਲਿਖਤਾ। ਇਹ ਸਾਰੇ ਕੀ ਨੇ, ਜਸਟ ਵੇਜ਼ ਨੇ ਰਾਜੇ ਜਿਹਨਾਂ ਨਾਲ ਤੁਸੀਂ ਆਪਣਾ ਟਾਸਕ 1 ਲਿਖ ਸਕਦੇ ਹੋ। ਤੁਸੀਂ ਕੋਈ ਵੀ ਫਾਰਮੈਟ ਫੋਲੋ ਕਰ ਸਕਦੇ ਹੋ। ਅਗਰ ਤੁਸੀਂ ਇਹ ਵਾਲਾ ਫਾਰਮੈਟ ਫੋਲੋ ਕਰੋਗੇ ਤਾਂ ਤੁਹਾਡੇ ਆਰਾਮ ਨਾਲ 7+ ਸਕੋਰ ਆ ਜਾਣਾ ਰਾਜੇ। ਮੈਂ ਇਦਾਂ ਹੀ ਲਿਖਦੀ ਸੀ, ਇਦਾਂ ਹੀ ਕਰਕੇ ਮੇਰੇ 1 ਮੰਥ ਦੇ ਵਿੱਚ ਮੈਂ 7.5 ਓਵਰਆਲ ਸਕੋਰ ਕੀਤਾ। 7 ਮੇਰੇ ਬੈਂਡਸ ਆਏ ਨੇ ਰਾਈਟਿੰਗ ਦੇ ਵਿੱਚ, ਤੇ ਇਦਾਂ ਹੀ ਤੁਸੀਂ ਕਰ ਸਕਦੇ ਹੋਗੇ। ਬਿਲਕੁਲ ਸੇਮ ਪੈਟਰਨ ਸੀਗਾ ਮੇਰਾ। ਮੈਂ ਆਪਣੇ ਵੇਜ਼ ਸ਼ੇਅਰ ਕਰ ਰਹੀ ਹਾਂ ਤੁਹਾਡੇ ਸਾਰਿਆਂ ਨਾਲ, ਤਾਂ ਕਿ ਤੁਸੀਂ ਵੀ ਬੈਂਡ ਸਕੋਰ ਲੈ ਸਕੋ। ਆਇਲਸ ਨੂੰ ਈਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਮੇਰਾ ਇੱਕ ਇਨੀਸ਼ੀਏਟਿਵ ਹੈ। ਸੋ ਮੂਵਿੰਗ ਫਰਦਰ, ਨੈਕਸਟ ਕਮਸ ਆਵਰ ਬਾਡੀ ਪੈਰਾਗ੍ਰਾਫ ਨੰਬਰ 1। ਆਪਾਂ ਇਹਦਾ ਵੀ ਸੈਂਪਲ ਆਨਸਰ ਦੇਖ ਲੈਂਦੇ ਹਾਂ। ਦੇਖੋ, ਆਫਟਰ ਐਨਾਲਾਈਜ਼ਿੰਗ ਇਟ ਕੈਨ ਬੀ ਸੀਨ ਕਲੀਅਰਲੀ ਦੈਟ, ਇਹ ਇੱਕ ਤਰੀਕੇ ਦੀ ਕੀ ਹੈ ਰਾਜੇ ਆਪਣੇ ਕੋਲੇ ਇੰਟਰੋਡਕਸ਼ਨ ਹੈ। ਮੀਨਸ ਟੂ ਸੇ ਪੈਰਾਗ੍ਰਾਫ ਨੂੰ ਸਟਾਰਟ ਕਰਨ ਦਾ ਵੇ ਹੈ। ਤੁਸੀਂ ਇਹਦੀ ਜਗ੍ਹਾ ਤੇ ਕੁਝ ਹੋਰ ਵੀ ਲਿਖ ਸਕਦੇ ਹੋਗੇ, ਮਤਲਬ ਕਿਉਂਕਿ ਆਪਾਂ ਚਾਰਟ ਨੂੰ ਐਨਾਲਾਈਜ਼ ਕੀਤਾ ਤਾਂ ਮੈਂ ਉਦਾਂ ਹੀ ਲਿਖਿਆ। ਆਫਟਰ ਐਨਾਲਾਈਜ਼ਿੰਗ ਇਟ ਕੈਨ ਬੀ ਸੀਨ ਕਲੀਅਰਲੀ, ਇੱਕ ਐਡਵਰਬ ਹੈ। ਹਮੇਸ਼ਾ ਜਿਹੜਾ ਐਡਵਰਬ ਹੈ ਉਹ ਵਰਬ ਤੋਂ ਬਾਅਦ ਚ ਆਉਂਦਾ ਹੈ। that in the former given year, former given year ਕਿਹੜਾ ਹੈ, ਜਿਹੜਾ ਫਰਸਟ ਈਅਰ ਆਪਾਂ ਦਿੱਤਾ ਹੈ, ਯਾਨੀ ਕਿ 1980, students were relatively more interested in law rather than other streams of education owing to 26,000। ਦੇਖੋ ਉਹ ਜਿਹੜਾ ਆਪਣੇ ਕੋਲ ਚਾਰਟ ਸੀਗਾ ਉਹਦੇ ਵਿੱਚ ਸਟਾਰਟਿੰਗ ਦੇ ਵਿੱਚ ਜਿਹੜੇ ਆਰਟ ਸਟਰੀਮ ਸੀਗੀ ਉਹਦੀ ਰੇਸ਼ੋ ਬਹੁਤ ਘੱਟ ਸੀਗੀ ਜਿਨ੍ਹਾਂ ਸਟੂਡੈਂਟਸ ਨੇ ਆਰਟਸ 'ਚ ਐਡਮਿਸ਼ਨ ਲਿਆ, ਜਦਕਿ ਜਿਨ੍ਹਾਂ ਨੇ ਆਪਣੇ ਕੋਲੇ ਲਾਅ 'ਚ ਐਡਮਿਸ਼ਨ ਲਿਆ ਸੀਗਾ ਉਹ ਉਸ ਈਅਰ ਦੇ ਵਾਸਤੇ ਚਾਰੋਂ ਕੈਟੇਗਰੀਜ਼ 'ਚ ਸਭ ਤੋਂ ਜ਼ਿਆਦਾ ਸਟੂਡੈਂਟਸ ਐਨਰੋਲ ਹੋਏ ਸੀਗੇ ਆਪਣੇ ਕੋਲੇ ਲਾਅ ਦੇ ਵਿੱਚ। ਸੋ ਉਸ ਚੀਜ਼ ਨੂੰ ਮੈਂ ਹਾਈਐਸਟ ਐਂਡ ਲੋਐਸਟ ਕੰਪੈਰੀਜ਼ਨਸ ਕੀਤਾ ਕਿ ਬੱਚਿਆਂ ਦਾ ਇੰਟਰਸਟ ਹੈ ਜਿਹੜਾ ਲਾਅ ਦੇ ਵਿੱਚ ਜ਼ਿਆਦਾ ਸੀਗਾ, ਤੇ ਉਹਦੀ ਜਿਹੜੀ ਵੈਲਿਊ ਸੀਗੀ ਉਹ 2600,000 ਸੀਗੀ, ਜਦਕਿ ਆਰਟਸ ਦੇ ਵਿੱਚ ਸੇਮ ਈਅਰ ਦੇ ਵਿੱਚ ਲੀਸਟ ਐਡਮਿਸ਼ਨਸ ਹੈ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਸੀ। ਇਹ ਮੈंने ਲਿਖਿਆ। ਜਦਕਿ 1990 ਐਂਡ 2000 ਉਹਨਾਂ ਦੋਨਾਂ ਈਅਰਸ ਦੇ ਵਿੱਚ ਬਿਜ਼ਨਸ ਤੇ ਮੈਡੀਕਲ ਕੋਰਸ ਹੈ ਜਿਹੜੇ ਆਪਣੇ, ਉਹਨਾਂ ਦੇ ਆਇਡੈਂਟੀਕਲ ਨੰਬਰ ਆਫ ਐਡਮਿਸ਼ਨਸ ਹੈ ਜਿਹੜੀਆਂ ਉਹ ਨੋਟ ਕੀਤੀਆਂ ਗਈਆਂ ਸੀ, ਆਲਮੋਸਟ ਸੇਮ ਸੀਗੀਆਂ। 50-50 ਦੀ ਵੇਰੀਏਸ਼ਨ ਹੈ, ਇੱਕ 'ਚ 1800 ਐਂਡ 1850 ਹੈ ਜਿਹੜਾ ਆਪਣਾ ਫਰਸਟ ਵਾਲਾ ਹੈ, ਐਂਡ ਜਿਹੜਾ ਸੈਕਿੰਡ ਵਾਲਾ ਹੈ ਰਾਜੇ ਈਅਰ 2000 ਆਪਣਾ, ਉਹਦੇ ਵਿੱਚ ਆਪਣੇ ਕੋਲ ਜਿਹੜੀਆਂ ਵੇਰੀਏਸ਼ਨਸ ਨੇਗੀਆਂ ਉਹ 1500 ਐਂਡ 1550 ਹੈ। ਇਦਾਂ ਆਪਣੇ ਕੋਲੇ ਇਹ ਆਪਣੇ ਕੋਲੇ ਕੀ ਨੇਗੇ ਉਹ 'ਚ ਆਇਡੈਂਟੀਕਲ ਸੀਗੀਆਂ। ਸੋ ਮੇਰੇ ਬਾਡੀ ਪੈਰਾਗ੍ਰਾਫ 1 'ਚ ਜਿੱਦਾਂ ਮੈਂ ਪਹਿਲਾਂ ਕਿਹਾ ਮੈਂ ਹਾਈਐਸਟ ਤੇ ਲੋਐਸਟ ਲਿਖਦੀ ਹਾਂ, ਤੇ ਉਸ ਤੋਂ ਬਾਅਦ ਆਇਡੈਂਟੀਕਲ ਜਿਹੜੀ ਚੀਜ਼ ਹੁੰਦੀ ਹੈ ਉਹਨੂੰ ਲਿਖਦੀ ਹਾਂ। ਸੇਮ ਪੈਟਰਨ ਮੈंने ਫੋਲੋ ਕੀਤਾ। ਇੱਕ ਵਾਰ ਆਪਾਂ ਦੁਬਾਰਾ ਪੜ੍ਹ ਲੈਂਦੇ ਹਾਂ। After analyzing, it can be seen clearly that in the former given year, students were relatively more interested in law rather than other streams of education, owing to 2600,000, whereas ਇਹ मैंने ਕੀ ਕਰਤਾ whereas ਪਾ ਕੇ ਕੀ ਕਰਤਾ ਉਸ ਚੀਜ਼ ਨੂੰ ਮਤਲਬ ਕੀ ਕਰਤਾ ਇੱਕ ਤਰੀਕੇ ਦਾ मैंने ਕਨੈਕਟਰ ਪਾਇਆ ਇਹ ਕਿ ਪਹਿਲਾਂ ਏਦਾਂ ਸੀ, ਜਦਕਿ ਬਾਅਦ ਵਿੱਚ ਕੀ ਹੋਇਆ least admissions were seen in arts department for the same year। ਵੀ ਘੱਟ ਐਡਮਿਸ਼ਨਸ ਕਿਹੜੇ ਡਿਪਾਰਟਮੈਂਟਸ ਹੋਈਆਂ ਸੀ ਆਰਟਸ ਡਿਪਾਰਟਮੈਂਟ ਦੇ ਵਿੱਚ। ਹੁਣ ਇਸ ਨੂੰ ਕੰਟਰੈਡਿਕਟ ਕੀਤਾ ਮੈਂ ਹਾਊਐਵਰ ਪਾ ਕੇ ਕਿ ਇਸ ਤੋਂ ਬਿਨਾਂ ਅ ਨੀਅਰਲੀ ਆਇਡੈਂਟੀਕਲ ਨੰਬਰ ਆਫ ਸਟੂਡੈਂਟਸ ਹੈਵ ਟੇਕਨ ਬਿਜ਼ਨਸ ਐਂਡ ਮੈਡੀਕਲ ਕੋਰਸਿਸ ਇਨ ਬੋਥ 1990 ਐਂਡ 2000 ਕਿ ਇਸ ਤੋਂ ਇਲਾਵਾ ਆਪਣੇ ਕੋਲ ਕੀ ਹੋ ਰਿਹਾ ਹੈਗਾ ਕਿ
ਆਇਡੈਂਟੀਕਲ ਸਟੂਡੈਂਟਸ ਨੇ ਐਡਮਿਸ਼ਨ ਲਿਆ ਬਿਜ਼ਨਸ ਤੇ ਮੈਡੀਕਲ ਕੋਰਸਿਸ ਦੇ ਵਿੱਚ ਦੋਵੇਂ ਈਅਰਸ ਦੇ ਵਿੱਚ 1990 ਐਂਡ 2000 ਦੇ ਵਿੱਚ। ਕਿਉਂ? ਕਿਉਂਕਿ ਉਹ ਜਸਟ 50-50 ਦਾ ਡਿਫਰੈਂਸ ਸੀ ਤਾਂ ਆਲਮੋਸਟ ਸੇਮ ਸੀਗਾ, ਆਪਾਂ ਉਹਨੂੰ ਆਇਡੈਂਟੀਕਲ ਲਿਖ ਸਕਦੇ ਹਾਂ। ਮੈਂ ਵਰਡ ਯੂਜ਼ ਕੀਤਾ ਨੀਅਰਲੀ ਆਇਡੈਂਟੀਕਲ, ਤੁਸੀਂ ਵੀ ਇੱਦਾਂ ਲਿਖ ਸਕਦੇ ਹੋ। ਸੋ ਰਾਜੇ ਨੈਕਸਟ ਕਮਸ ਆਵਰ ਬੋਡੀ ਪੈਰਾਗ੍ਰਾਫ ਨੰਬਰ 2। ਜਿੱਦਾਂ ਮੈਂ ਪਹਿਲਾਂ ਦੱਸਿਆ ਬੋਡੀ ਪੈਰਾਗ੍ਰਾਫ 2 ਦੇ ਵਿੱਚ ਮੈਂ ਵੇਰੀਏਸ਼ਨਸ ਲਿਖਦੀ ਹਾਂ, ਫੀਚਰਸ ਨੂੰ ਆਪਾਂ ਬੋਡੀ ਪੈਰਾਗ੍ਰਾਫ 1 ਚ ਲਿਖਣਾ ਹੈ, ਵੇਰੀਏਸ਼ਨਸ ਆਪਾਂ ਲਿਖਾਂਗੇ ਬੋਡੀ ਪੈਰਾਗ੍ਰਾਫ ਨੰਬਰ 2 ਦੇ ਵਿੱਚ। ਇਹਦੇ ਵਿੱਚ ਹਾਈ ਮਤਲਬ ਮੋਰ ਦੈਨ, ਲੈਸ ਦੈਨ, ਡਬਲ, ਹਾਫ, ਉਹ ਵਾਲੇ ਸਾਰੇ ਟ੍ਰੈਂਡਸ ਆਪਾਂ ਇਹਦੇ ਵਿੱਚ ਲਿਖਣੇ ਹੁੰਦੇ ਆ। ਜਿਵੇਂ ਮੈਂ ਲਿਖਿਆ ਦ ਚਾਰਟ ਫਰਦਰ ਕੋਲੇਟਸ ਦੈਟ, ਇਹ ਪੈਰਾਗ੍ਰਾਫ ਸਟਾਰਟ ਕਰਨ ਦਾ ਇੱਕ ਵੇ ਹੈ। ਯੂ ਕੈਨ ਫੋਲੋ ਐਨੀ ਟ੍ਰੈਂਡ, ਜਿਹਨੂੰ ਤੁਸੀਂ ਫੋਲੋ ਕਰਦੇ ਆ ਰਹੇ ਹੋ ਤੁਸੀਂ ਕਰ ਸਕਦੇ ਹੋ। That in 2000 assist towards arts was recorded highly, which was 3 times to that in 1990। ਕਿ ਬੱਚਿਆਂ ਦਾ ਆਰਟਸ ਵੱਲ ਰੁਝਾਨ ਹੈ ਜਿਹੜਾ ਉਹ ਵਧਣਾ ਸ਼ੁਰੂ ਹੋ ਗਿਆ ਸੀ ਤੇ ਉਹ 3 ਗੁਣਾ ਸੀਗਾ 1990 ਦੇ ਕੰਪੈਰੀਜ਼ਨ ਦੇ ਵਿੱਚ। ਜਿੰਨੀ ਵੈਲਿਊ 1990 ਦੇ ਵਿੱਚ ਸੀਗੀ 1200, ਉਹਦੇ ਕੰਪੈਰੀਜ਼ਨ ਦੇ ਵਿੱਚ 2000 ਦੇ ਵਿੱਚ ਉਹ ਵੈਲਿਊ ਹੋ ਗਈ ਸੀ 3600,000। ਤਾਂ ਮਤਲਬ ਕੀ ਹੈ, ਉਹ 3 ਗੁਣਾ ਵੱਧ ਗਏ ਸੀਗੇ ਸਟੂਡੈਂਟਸ ਦਾ ਜਿਹੜਾ ਇੰਟਰਸਟ ਹੈ ਆਰਟਸ ਡਿਪਾਰਟਮੈਂਟ 'ਚ ਜਿਹੜੀਆਂ ਬੱਚਿਆਂ ਦੀਆਂ ਐਡਮਿਸ਼ਨਸ ਹੋਈਆਂ ਸੀਗੀਆਂ ਉਹ 3 ਗੁਣਾ ਵੱਧ ਗਈਆਂ ਸੀਗੀਆਂ 2000 ਦੇ ਵਿੱਚ। while an abrupt decline in medicine was observed for this year, ਕਿ ਇੱਕ ਸ਼ਾਰਪ ਡਿਕਰੀਜ਼ ਦੇਖਿਆ ਆਪਾਂ ਨੇ ਮੈਡੀਸਨ ਦੀ ਜਿਹੜੀ ਲਾਈਨ ਹੈ ਇਸ ਈਅਰ ਦੇ ਵਿੱਚ। ਇਨ ਕੰਟਰਾਸਟ, ਇਸ ਤੋਂ ਉਲਟੀ ਸਾਈਡ, judiciary students had been admitted more than the previous year and were 1000 more in number। ਦੇਖੋ ਆਪਣੇ ਕੋਲੇ ਕੀ ਹੋ ਰਿਹਾ ਹੈਗਾ ਕਿ ਜਿਹੜੇ ਲਾਅ ਦੇ ਵਿੱਚ ਸਟੂਡੈਂਟਸ ਐਨਰੋਲ ਹੋ ਰਹੇ ਸੀਗੇ ਪ੍ਰੀਵੀਅਸ ਈਅਰ ਨਾਲ ਉਹ ਵੱਧ ਗਏ ਸੀ, ਯਾਨੀ ਕਿ ਜਿਹੜਾ ਆਪਣੇ ਕੋਲੇ ਪ੍ਰੀਵੀਅਸ ਈਅਰ ਸੀਗਾ ਉਹਦੇ ਵਿੱਚ ਸਟੂਡੈਂਟਸ ਜਿਹੜੀ ਕਾਊਂਟ ਸੀਗਾ ਉਹ ਸੀਗਾ ਰਾਜ 2000 ਠੀਕ ਹੈ। ਜਦ ਕਿ ਜਿਹੜਾ ਲਾਸਟ ਈਅਰ ਹੈ ਆਪਣਾ ਗਿਵਨ ਟਾਈਮ ਪੀਰੀਅਡ ਦੇ ਵਿੱਚ ਉਹਦੇ ਵਿੱਚ ਉਹ 3000 ਹੋ ਗਏ ਸੀਗੇ। ਸੋ ਇਸ ਤਰੀਕੇ ਨਾਲ ਕੀ ਹੈ 1000 ਰਾਈਜ਼ ਕਰ ਗਿਆ ਨੰਬਰ। ਸੋ ਇੱਕ ਕੰਪੈਰੀਜ਼ਨ ਹੈ ਜਿਹਨੂੰ ਮੈਂ ਨੋਟ ਕੀਤਾ। Next comes, apart from these, business courses were having increased strength for the entire given time period। ਜਿੰਨਾ ਬੱਚਿਆਂ ਨੇ ਬਿਜ਼ਨਸ ਕੋਰਸਿਸ 'ਚ ਐਡਮਿਸ਼ਨ ਲਈ ਸਾਰੇ ਜਿੰਨਾ ਆਪਾਂ ਨੂੰ ਟਾਈਮ ਫਰੇਮ ਦਿੱਤਾ ਹੋਇਆ ਉਸ ਸਾਰੇ ਟਾਈਮ ਫਰੇਮ 'ਚ ਇਹ ਨੋਟ ਕੀਤਾ ਗਿਆ ਕਿ ਬਿਜ਼ਨਸ ਕੈਟੇਗਰੀ ਦੇ ਵਿੱਚ ਜਿਹੜੇ ਸਟੂਡੈਂਟਸ ਐਨਰੋਲ ਹੋ ਰਹੇ ਨੇਗੇ ਉਹਨਾਂ ਦੀ ਸਟਰੈਂਥ ਹਰ ਈਅਰ ਵੱਧ ਰਹੀ ਹੈਗੀ। ਸੋ ਇਹ ਸੁਟੇਬਲ ਕੰਪੈਰੀਜ਼ਨ ਸੀਗੇ ਰਾਜੇ ਜਿਹੜੇ ਮੈਂ ਬੋਡੀ ਪੈਰਾਗ੍ਰਾਫ ਨੰਬਰ 2 ਦੇ ਵਿੱਚ ਦਿੱਤੇ ਆ। ਤੁਸੀਂ ਵੀ ਕਿਸੇ ਵੀ ਫਾਰਮ ਦੇ ਵਿੱਚ ਦੇ ਸਕਦੇ ਹੋ, ਜਿੱਦਾਂ ਜਿਹੜੇ ਕੰਪੈਰੀਜ਼ਨਸ ਤੁਹਾਡੇ ਮਾਈਂਡ ਦੇ ਵਿੱਚ ਆਉਂਦੇ ਨੇਗੇ ਤੁਸੀਂ ਉੱਦਾਂ ਲਿਖ ਸਕਦੇ ਹੋਗੇ। ਆਪਣਾ ਟਾਸਕ 1 ਜਿਹੜਾ ਉਹ 3 ਬੈਂਡ ਸਕੋਰ ਦਾ ਹੁੰਦਾ, ਅਗਰ ਤੁਸੀਂ ਇੱਦਾਂ ਲਿਖੋਗੇ ਤਾਂ ਆਰਾਮ ਨਾਲ ਰਾਜੇ 2.5 ਤੁਹਾਡੇ ਪੱਕਾ ਆ ਹੀ ਜਾਣੇ ਹੈਗੇ। ਸੋ ਹੁਣ ਗੱਲ ਕਰਦੇ ਹਾਂ ਓਵਰਆਲ ਦੀ। ਕਿਸੇ ਵੀ ਰਾਈਟਿੰਗ ਟਾਸਕ ਦੇ ਵਿੱਚ ਓਵਰਆਲ ਹੈ ਜਿਹੜਾ ਰਾਜੇ ਉਹਦਾ ਇੱਕ ਬਹੁਤ ਵੱਡਾ ਰੋਲ ਹੈ। ਅਗਰ ਤੁਸੀਂ ਓਵਰਆਲ ਹੈ ਜਿਹੜਾ ਉਹ ਵਧੀਆ ਲਿਖੋਗੇ, ਇੰਪ੍ਰੈਸਿਵ ਓਵਰਆਲ ਲਿਖੋਗੇ ਤਾਂ ਤੁਹਾਡੇ ਬੈਂਡ ਸਕੋਰ 0.5 ਵੱਧ ਵੀ ਸਕਦੇ ਹੈਗੇ। ਉਹ ਓਵਰਆਲ ਦੇ ਵਿੱਚ ਹੁਣ ਲਿਖਣਾ ਕੀ ਹੁੰਦਾ, ਸਭ ਤੋਂ ਪਹਿਲੀ ਗੱਲ ਤੁਸੀਂ ਕੌਨਸਟੈਂਟ ਜਾਂ ਵੇਰੀਏਬਲ ਫੀਚਰਸ ਲਿਖਣੀਆਂ ਨੇ। ਜਿਹੜੀ ਚੀਜ਼ ਜਾਂ ਤਾਂ ਲਗਾਤਾਰ ਵਧੀ ਜਾਂ ਲਗਾਤਾਰ ਘਟ ਗਈ ਜਾਂ ਰਾਜੇ ਜਿਹੜੀ ਪੂਰੇ ਟਾਈਮ ਫਰੇਮ ਦੇ ਵਿੱਚ ਸੇਮ ਰਹੀ, ਤੁਸੀਂ ਉੱਦਾਂ ਦੀਆਂ ਕੋਈ ਚੀਜ਼ਾਂ ਮਤਲਬ ਫੀਚਰਸ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਉਹ ਲਿਖਣੀਆਂ ਹੁੰਦੀਆਂ ਨੇ। ਇੰਪੋਰਟੈਂਟ ਗੱਲ ਇਹਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਡਾਟਾ ਐਡ ਨਹੀਂ ਕਰਨਾ, ਕੋਈ ਈਅਰ ਦਾ ਨੰਬਰ ਐਡ ਨਹੀਂ ਕਰਨਾ, ਕਿਉਂਕਿ ਓਵਰਆਲ ਦਾ ਮਤਲਬ ਹੈ ਆਪਾਂ ਪੂਰੇ ਗ੍ਰਾਫ ਨੂੰ ਦੇਖ ਕੇ ਜੋ ਕਨਕਲੂਜ਼ਨ ਕੱਢ ਰਹੇ ਹਾਂਗੇ, ਜੋ ਇੱਕ ਤਰੀਕੇ ਦਾ ਦੇਖ ਕੇ ਆਪਾਂ ਨੂੰ ਪਤਾ ਲੱਗ ਰਿਹਾ ਹੈਗਾ, ਉਹ ਸਾਰੀਆਂ ਚੀਜ਼ਾਂ ਆਪਾਂ ਓਵਰਆਲ ਦੇ ਵਿੱਚ ਲਿਖਦੇ ਹਾਂ। For this graph, I have written like this. Overall, admission seekers were recorded to be increasing every year for the given time frame in almost all walks of education। मैं देखा कि almost सारे fields ਦੇ ਵਿੱਚ ਹੀ students ਦੀ ਜਿਹੜੀ strength है ਉਹ ਵਧੀ है। ਬੱਚਿਆਂ ਨੇ ਹਰ ਜਿਹੜੀਆਂ ਵੀ education ਦੀਆਂ fields ਦਿੱਤੇ ਹੋਏ ਨੇ ਸਾਰਿਆਂ ਦੇ ਵਿੱਚ ਬੱਚਿਆਂ ਦੀ enrollment increased level ਦੀ ਸੀ, ਮਤਲਬ ਉਹ ਵੱਧ ਰਹੇ ਸੀ year per year। ਸੋ ਇਹ ਮੈंने ਚੀਜ਼ ਨੋਟ ਕੀਤੀ ਤੇ ਇਹਨੂੰ ਓਵਰਆਲ 'ਚ ਲਿਖਤਾ। with continuous sharp rise among arts and law significantly, ਜਿਨ੍ਹਾਂ ਵਿੱਚ ਆਰਟਸ ਤੇ ਲਾਅ ਵਾਲੇ ਜਿਹੜੇ ਸਟੂਡੈਂਟ ਸੀਗੇ ਉਹ ਸਭ ਤੋਂ ਜ਼ਿਆਦਾ ਸੀ। ਆਰਟਸ ਦੇ ਵਿੱਚ ਵੀ ਦੇਖੋ ਸਟਾਰਟਿੰਗ ਦੇ ਵਿੱਚ ਜਸਟ 1200 ਦੀ ਸਟਰੈਂਥ ਸੀ ਤੇ ਲਾਸਟ ਈਅਰ ਦੇ ਵਿੱਚ ਜਾ ਕੇ ਉਹ 3600 ਹੋ ਗਏ।
3 ਟਾਈਮਸ ਇਨਕਰੀਜ਼ ਹੋ ਗਏ। ਮਤਲਬ ਆਰਟਸ ਤੇ ਲਾ ਦੋ ਇਦਾਂ ਦੇ ਸਟਰੀਮ ਸੀਗੇ ਜਿਨ੍ਹਾਂ ਦੇ ਵਿੱਚ ਸਟੂਡੈਂਟਸ ਆ ਜਿਹੜੇ ਉਹ ਕੰਟੀਨਿਊਸਲੀ ਐਨਰੋਲਮੈਂਟ ਉਹਨਾਂ ਦੀ ਵਧੀ ਗਈ, ਐਡਮਿਸ਼ਨਸ ਵਧਦੀਆਂ ਗਈਆਂ। ਸੋ ਇਹ ਓਵਰਆਲ ਦੇ ਵਿੱਚ ਤੁਸੀਂ ਕੀ ਲਿਖਣਾ ਹੈ, ਕੰਟੀਨਿਊਸ, ਇਨਕਰੀਜ਼ਡ ਫੀਚਰ, ਡਿਕਰੀਜ਼ਡ ਔਰ ਕਾਂਸਟੈਂਟ। ਇੱਥੇ ਮੈंने ਇਹ ਲਿਖਿਆ ਕਿ ਸਾਰੇ ਬਾਕਸ ਸੀਗੀਆਂ, ਸਾਰੇ ਫੀਲਡਸ ਦੇ ਵਿੱਚ ਸਟੂਡੈਂਟਸ ਦੀ ਐਡਮਿਸ਼ਨਸ ਵਧਦੀਆਂ ਗਈਆਂ, ਜਦਕਿ ਪ੍ਰੈਫਰੈਂਸ ਵੱਧ ਕਿਹਨਾਂ ਕੋਲ ਸੀ, ਆਰਟਸ ਤੇ ਲਾ ਸਟਰੀਮ ਹੈ ਜਿਹੜੀ ਉਹਨਾਂ ਕੋਲੇ। ਸੋ ਇਹ ਸੀਗਾ ਇਸ ਗ੍ਰਾਫ ਦਾ ਓਵਰਆਲ। ਸਟੂਡੈਂਟਸ ਇਹ ਕੁਝ ਕੁ ਫੀਚਰ ਸੀਗੇ ਜਿਨ੍ਹਾਂ ਦੀ ਹੈਲਪ ਨਾਲ ਤੁਸੀਂ ਕੀ ਕਰ ਸਕਦੇ ਹੋਗੇ, ਕੁਝ ਕੁ ਟਿਪਸ ਸੀਗੀਆਂ ਜਿਨ੍ਹਾਂ ਦੀ ਹੈਲਪ ਨਾਲ ਤੁਸੀਂ ਆਪਣਾ ਸਕੋਰ ਹੈ ਜਿਹੜਾ ਉਹਨੂੰ ਇਨਕਰੀਜ਼ ਕਰ ਸਕਦੇ ਹੋ ਰਾਜੇ। ਇਫੈਕਟਿਵ ਰਾਈਟਿੰਗ ਲਿਖ ਸਕਦੇ ਹੋ। ਰਾਈਟਿੰਗ ਮੋਡਿਊਲ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ, ਨਾਟ ਇਨ ਜਸਟ ਆਇਲਸ, ਬਲਕਿ ਤੁਸੀਂ ਆਪਣੀ ਜੋ ਫਾਈਲ ਲਗਾਉਣੀ, ਤੁਹਾਡੀ SOP ਹੈ ਜਿਹੜੀ ਉਹ ਤੁਹਾਡੇ ਰਾਈਟਿੰਗ ਸਟਰਕਚਰ ਦੇ ਕਾਫੀ ਹੱਦ ਤੱਕ ਡਿਪੈਂਡ ਹੁੰਦੀ ਹੈਗੀ। ਅਗਰ ਤੁਹਾਡੀ ਜਿੰਨੇ ਕੁ ਬੈਂਡਸ ਦੀ ਰਾਈਟਿੰਗ ਹੁੰਦੀ ਹੈਗੀ, ਤੁਹਾਡੀ SOP ਹੈ ਜਿਹੜੀ ਇੱਕ ਕਰੂਸ਼ਲ ਰੋਲ ਉਹਦੇ ਵਿੱਚ ਹੈਗਾ ਆਇਲਸ ਰਾਈਟਿੰਗ ਦਾ। ਸੋ ਇਸ ਨੂੰ ਜਸਟ ਇੱਥੇ ਤੱਕ ਹੀ ਸੀਮਿਤ ਨਾ ਰੱਖੋ। ਜਦੋਂ ਤੁਸੀਂ ਅਬਰੋਡ ਚਲੇ ਵੀ ਜਾਣਾ ਤਾਂ ਤੁਹਾਨੂੰ ਉੱਥੇ ਕੰਮ ਕਰਨਾ ਤਾਂ ਰਾਈਟਿੰਗ ਤਾਂ ਹਮੇਸ਼ਾ ਰਹਿਣੀ ਹੀ ਰਹਿਣੀ ਹੈ। ਯੂ ਵਿਲ ਨੀਡ ਪ੍ਰੈਜੈਂਟੇਸ਼ਨਸ, ਤਾਂ ਰਾਈਟਿੰਗ ਹਮੇਸ਼ਾ ਇਨਵੋਲਵਡ ਰਹਿਣੀ ਹੀ ਰਹਿਣੀ ਹੈ। ਸੋ ਅਗਰ ਤੁਹਾਨੂੰ ਮੇਰਾ ਵੀਡੀਓ ਜਿਹੜਾ ਉਹ ਪਸੰਦ ਆਇਆ ਹੋਵੇ, please like it, subscribe to my channel, and thank you guys. Stay at home, stay safe, practice for your IELTS and crack it in the shortest span. Thank you very much.